ਸੱਜਣੋ ਤੇ ਮਿੱਤਰੋ, ਤੁਹਾਡਾ ਵੀਰ ਫਕੀਰ ਅਫਤਾਬ ਭੱਟੀ ਇਸਲਾਮਾਬਾਦ ਨਿਊਜ਼ ਦੇ ਪਲੇਟਫਾਰਮ ਤੋਂ ਹਾਜ਼ਰ ਹੈ। ਤੇ ਸੋਹਣਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਜਿਹੜਾ ਕਿ ਤੁਹਾਨੂੰ ਪਤਾ ਹੈ ਕਿ ਅੱਜ 9 ਮਈ ਸੀ ਔਰ ਪੂਰੀ ਮੀਡੀਆ ਦੇ ਉੱਤੇ ਅੱਜ ਸਾਰਾ ਦਿਨ 9 ਮਈ ਦੇ ਹਵਾਲੇ ਨਾਲ ਹੀ ਗੱਲਾਂ ਚੱਲਦੀਆਂ ਰਹੀਆਂ। ਤੇ ਜ਼ਾਹਿਰ ਪੀਟੀਆਈ ਨੇ ਵੀ ਕਿਹਾ ਸੀ ਕਿ ਅਸੀਂ 9 ਮਈ ਦੇ ਰੈਲੀਆਂ ਕਰਾਂਗੇ, ਇਹ ਕਰਾਂਗੇ, ਉਹ ਕਰਾਂਗੇ। ਇੰਨੀ ਕੁ ਕਲਕਤ ਨਿਕਲ ਆਏਗੀ ਕਿ ਇਹਨਾਂ ਨੂੰ ਲੱਗ ਸਮਝ ਜਾਏਗੀ। ਖੈਰ ਉਹ ਤਾਂ ਕੋਈ ਨਹੀਂ, ਏਡਾ ਕੋਈ ਵੱਡੀ ਰੈਲੀ ਜਾਂ ਇੰਨੀ ਮਖਲੂਕ ਤਾਂ ਅਸੀਂ ਨਹੀਂ ਵੇਖੀ ਕਿਧਰੇ ਵੀ। ਲੇਕਿਨ KPK ਦੇ ਵਿੱਚ ਜਿਹੜਾ ਹੈ KPK ਦਾ ਵਜ਼ੀਰ ਆਲਾ, ਉਹਨੇ ਉੱਥੇ ਕੋਈ ਜਲਸਾ ਸ਼ਲਸਾ ਕੀਤਾ ਹੈ। ਤੇ ਬਾਕੀ ਤਾਂ ਫਿਰ ਜੋ ਹੋਇਆ ਉਹ ਸਾਰਿਆਂ ਵੇਖਿਆ ਹੀ ਹੈ। ਤੇ ਗੱਲ ਅਸੀਂ ਕਰਾਂਗੇ ਕਿ ਪਹਿਲੇ ਨੰਬਰ ਤੇ ਕਿ ਅੱਜ ਕਾਬੀਨਾ ਦਾ ਇਜਲਾਸ ਸੀ ਔਰ ਕਾਬੀਨਾ ਦੇ ਇਜਲਾਸ ਦੇ ਵਿੱਚ 9 ਮਈ ਨੂੰ ਸਿਆਹ ਦਿਨ ਦੇ ਤੌਰ ਤੇ ਮਨਾਇਆ ਗਿਆ ਹੈ। ਔਰ ਉਹਨਾਂ ਨੇ ਕਿਹਾ ਜੀ ਕਿ 9 ਮਈ ਦੇ ਵਾਕਿਆਤ ਜਿਹੜੇ ਨੇ ਉਹਨਾਂ ਦੇ ਵਿੱਚ ਮਨਸੂਬਾ ਬਣਾਇਆ ਹੈ, ਜਿਹੜਾ ਉਹ PTI ਦੇ ਸਰਕਰਦਾ ਨੇ ਜਿਨ੍ਹਾਂ ਨੇ ਮਨਸੂਬਾ ਬਣਾਇਆ ਹੈ ਔਰ ਫਿਰ ਉਸ ਮਨਸੂਬੇ ਤੇ ਅਮਲ ਕਰਵਾਇਆ ਹੈ। ਇਹ ਉਹਦੇ ਸਾਡੇ ਕੋਲ ਵੀਡੀਓ ਦੇ ਵਿੱਚ ਢੇਰ ਸਾਰੇ ਸਬੂਤ ਮੌਜੂਦ ਨੇ। ਤੇ 9 ਮਈ ਦਾ ਜਿਹੜਾ 9 ਮਈ ਜਿਹੜਾ ਹੈ ਬਗਾਵਤ ਦਾ ਮਨਸੂਬਾ ਸੀ, ਜਿਹਨੂੰ ਅਸੀਂ ਸਿਆਹ ਦਿਨ ਦੇ ਤੌਰ ਤੇ ਮਨਾਵਾਂਗੇ। ਤੇ ਨਾਲ ਉਹਨਾਂ ਨੇ ਮੁਤਾਲਬਾ ਕੀਤਾ ਹੈ ਕਾਬੀਨਾ ਨੇ ਕਿ 1 ਸਾਲ ਗੁਜ਼ਰ ਗਿਆ ਹੈ ਤੇ ਕੋਈ ਇਹਦੇ ਤੇ ਕਿਸੇ ਨੂੰ ਕੋਈ ਸਜ਼ਾ ਕੋਈ ਜਜ਼ਾ ਨਹੀਂ ਹੋਈ। ਤੇ ਲਿਹਾਜ਼ਾ ਸਾਡਾ ਮੁਤਾਲਬਾ ਹੈ ਕਿ 9 ਮਈ ਦੇ ਵਿੱਚ ਜਿਹੜੇ ਮੁਕੱਦਮਾਤ ਦੇ ਵਿੱਚ ਜਿਹੜੇ ਮੁਲੱਵਸ ਲੋਕ ਨੇ ਉਹਨਾਂ ਦੇ ਮੁਕੱਦਮਾਤ ਨੂੰ ਜਲਦੀ ਤੋਂ ਜਲਦੀ ਮੰਤਕੀ ਅੰਜਾਮ ਤੇ ਪਹੁੰਚਾਇਆ ਜਾਏ। ਤੇ ਦੂਜੇ ਨੰਬਰ ਤੇ ਪਾਕਿਸਤਾਨ ਪੂਰੇ ਦੇ ਵਿੱਚ ਜਨਾਬ ਪਾਕ ਫੌਜ ਦੀ ਹਮਾਇਤ ਦੇ ਵਿੱਚ ਮੁਜ਼ਾਹਰੇ ਹੋਏ, ਰੈਲੀਆਂ ਨਿਕਲੀਆਂ। ਤੇ ਉਸ ਤੋਂ ਬਾਅਦ ਜਨਾਬ KPK ਦੇ ਵਿੱਚ ਜਿਹੜਾ ਉਹ ਅਲੀ ਅਮੀਨ ਗੰਡਾਪੁਰ ਵਜ਼ੀਰ ਆਲਾ ਜਿਹੜਾ ਇਸ ਟਾਈਮ, ਉਹਨੇ ਜਨਾਬ ਆਪਣਾ ਜਲਸਾ ਉਹਨੇ ਕੀਤਾ ਹੈ, ਉਹਦੇ ਤੇ ਉਹਨੇ ਤਕਰੀਰ ਕੀਤੀ ਹੈ। ਅਜੀਬ ਕਿਸਮ ਦਾ ਹੀ ਸ਼ੋਅ ਲਾਇਆ ਹੈ। ਮੈਨੂੰ ਤਾਂ ਉਹਦੇ 'ਚ ਕੋਈ ਐਸੀ ਗੱਲ ਨਹੀਂ ਲੱਗੀ। ਤੇ ਉਹਨੇ ਉਹਦੇ ਵਿੱਚ ਨਾ ਇੱਕ ਗੱਲ ਕੀਤੀ ਹੈ ਜੀ ਕਿ ਪਰਵੇਜ਼ ਖਟਕ ਜਿਹੜਾ ਹੈ, ਇਹਨੇ ਮੈਨੂੰ ਕਿਹਾ ਸੀ ਕਿ ਬਾਜਵਾ ਜਿਹੜਾ ਹੈ ਜਨਰਲ ਬਾਜਵਾ, ਉਹ ਕਹਿੰਦਾ ਹੈ ਕਿ 9 ਮਈ ਨੂੰ ਅਸੀਂ ਵੀ ਸਿਆਹ ਦਿਨ ਦੇ ਤੌਰ ਤੇ ਮਨਾਵਾਂਗੇ। ਅਸੀਂ ਵੀ ਮਨਾਉਂਦੇ ਹਾਂ ਪਏ, ਲੇਕਿਨ ਅਸੀਂ ਇਹ ਕਹਿੰਦੇ ਹਾਂ ਕਿ 9 ਮਈ ਦਾ ਜਿਹੜਾ ਹਮਲਾ ਹੈ ਉਹ ਕਿਹਨੇ ਕਰਵਾਇਆ ਹੈ, ਉਹ ਗਲਤ ਹੋਇਆ ਔਰ ਅਸੀਂ ਇਹਨੂੰ ਸਿਆਹ ਦਿਨ ਦੇ ਤੌਰ ਤੇ ਮਨਾਵਾਂਗੇ। ਲੇਕਿਨ ਇੱਕ ਉਹ ਅੱਗੇ ਇੱਕ ਤੁਹਾਨੂੰ ਦੱਸਿਆ ਨਾ, ਪਿਛਲੇ ਵਲਾਗ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਰਾਗ ਸ਼ੁਰੂ ਹੋਇਆ ਸੀ ਮੁਝੇ ਕਿਉਂ ਨਿਕਾਲਾ। ਤੋ ਹੁਣ ਉਹ ਮਗਰ ਉਹ ਕੌਣ ਹੈ, ਹੁਣ ਉਹ ਦੂਸਰਾ ਰਾਗ ਆਇਆ ਹੈ, ਉਹਦੀ ਦੂਸਰੀ ਸ਼ਕਲ ਆਈ ਹੈ ਜੀ। ਮਗਰ ਉਹ ਕੌਣ ਹੈ? 6 ਮਹੀਨੇ ਦੀ ਐਕਸਟੈਂਸ਼ਨ ਦੇ ਦਿਓ ਤੇ ਸਿਆਸੀ ਪਾਰਟੀਆਂ ਜਿਹੜੀਆਂ ਨੇ ਇਹਨਾਂ ਨੂੰ NRO ਦੇ ਦਿਓ। NRO ਦੇ ਉੱਤੇ ਉਹਨੇ ਕੋਈ 2 3 4 ਵਾਰੀ ਦੁਹਰਾਇਆ ਹੈ NRO ਦੇ ਲਫ਼ਜ਼ ਨੂੰ। ਤੇ ਦੂਜਾ ਉਹ ਕਹਿੰਦਾ ਜੀ ਕਿ ਜਨਰਲ ਬਾਜਵਾ ਜਿਹੜਾ ਇਮਰਾਨ ਖਾਨ ਨੂੰ ਕਹਿੰਦਾ ਸੀ ਕਿ ਇਸਰਾਈਲ ਨੂੰ ਤਸਲੀਮ ਕਰ ਲੈ, ਲੇਕਿਨ ਇਮਰਾਨ ਖਾਨ ਨੇ ਕੈਦੇ ਆਜ਼ਮ ਦੀ ਉੱਥੇ ਤਸਵੀਰ ਲੱਗੀ ਸੀ ਤੇ ਉਹਦੇ ਵੱਲ ਇਸ਼ਾਰਾ ਕਰਕੇ ਕਿਹਾ ਕਿ ਜੋ ਮੇਰੇ ਕੈਦ ਦੇ ਖਿਆਲਾਤ ਸਨ ਇਸਰਾਈਲ ਦੇ ਬਾਰੇ, ਉਹ ਹੀ ਮੇਰੇ ਨੇ। ਉਸ ਤੋਂ ਬਾਅਦ ਜਨਾਬ ਫਿਰ ਜਿਨੇ 9 ਮਈ ਕਰਵਾਈ ਉਹ ਕੌਣ ਹੈ? ਜਿਨੇ ਇਮਰਾਨ ਖਾਨ ਨੂੰ ਨਜਾਇਜ਼ ਜੇਲ੍ਹ 'ਚ ਰੱਖਿਆ ਹੈ ਉਹ ਕੌਣ ਹੈ? 9 ਮਈ ਤੋਂ ਪਹਿਲਾਂ ਉਹ ਕਹਿੰਦਾ ਸੀ ਕਿ ਮੇਰੇ ਨਾਲ ਇਹ ਹੋਣਾ ਹੈ, ਉਹ ਵੇਖੋ ਉਹਦੇ ਤੇ ਹਮਲਾ ਹੋਇਆ, ਉਹ ਜੇਲ੍ਹ 'ਚ ਵੀ ਹੈ, ਉਹਦੇ ਤੇ ਜੇ ਹੋ ਰਿਹਾ, ਜ਼ੁਲਮ ਹੋ ਰਿਹਾ, ਜ਼ਿਆਦਤੀ ਹੋ ਰਹੀ ਹੈ, ਖਵਾਤੀਨ ਜਿਹੜੀਆਂ ਨੇ ਉਹ ਅੰਦਰ ਨੇ। ਭਾਈ ਖਵਾਤੀਨ ਦੇ ਨਾਲ ਜਿਹੜੇ ਤੁਹਾਡੇ ਰਵੱਈਏ ਸਨ ਉਹ ਵੀ ਅਸਾਂ ਵੇਖੇ ਨੇ, ਤੇ ਹੁਣ ਜੋ ਤੁਹਾਡੀਆਂ ਖਵਾਤੀਨ ਨਾਲ ਰਵੱਈਏ ਨੇ ਉਹ ਵੀ ਵੇਖ ਰਹੇ ਆ। ਤੇ ਇਹ ਹੁੰਦਾ ਹੈ ਜੈਸਾ ਕਰੋਗੇ ਵੈਸਾ ਭਰੋਗੇ, ਜੋ ਤੁਸੀਂ ਗੱਡਿਆ ਉਹ ਹੀ ਤੁਸੀਂ ਵੱਢ ਰਹੇ ਹੋ। ਤੇ ਬਾਕੀ ਉਹਨੇ ਗੱਲ ਕੀਤੀ ਹੈ ਜੀ ਕਿ ਅਸੀਂ ਬੜੇ ਜ਼ਰਫ ਵਾਲੇ ਹਾਂ ਤੇ ਔਰ ਉਹਨੇ ਕਿਹਾ ਜੀ, ਬਲਕਿ ਉਹਨੇ ਮੁਖਾਤਬ ਕਰਕੇ ਕਿਹਾ ਜੀ ਕਿ ਤੁਸੀਂ ਆਪਣੀ ਇਸਲਾਹ ਕਰ ਲਓ। ਉਹਨੇ ਤਾਕਤਵਰਾਂ ਨੂੰ ਮੁਖਾਤਬ ਕਰਕੇ ਕਿਹਾ ਕਿ ਤੁਸੀਂ ਆਪਣੀ ਇਸਲਾਹ ਕਰ ਲਓ। 9 ਮਈ ਦੇ ਵਿੱਚ ਅਗਰ ਅਸੀਂ ਮੁਲਵਸ ਹਾਂ ਤੇ ਅਸੀਂ ਮਾਫੀ ਮੰਗਾਂਗੇ। ਅਗਰ 9 ਮਈ ਦੇ ਵਿੱਚ ਕੋਈ ਹੋਰ ਮੁਲਵਸ ਨਿਕਲਿਆ ਹੋਇਆ ਤੇ ਉਹਦੀ ਮਾਫੀ ਕੌਣ ਮੰਗੇਗਾ? ਉਹਨੇ ਸਿਪਾ ਸਲਾਰ ਨੂੰ ਮੁਖਾਤਬ ਕਰਕੇ ਇਹ ਗੱਲਾਂ ਵਜ਼ੀਰ ਆਲਾ KPK ਨੇ ਕੀਤੀਆਂ ਨੇ। ਤੇ ਫਿਰ ਉਹਨੇ ਕਿਹਾ ਜੀ ਕੌਮ ਦੇ ਬੱਚੇ ਨੂੰ ਪਤਾ ਹੈ। ਤੇ ਫਿਰ ਉਹਨੇ ਕਿਹਾ ਜੀ ਕਿ ਉਹ ਇਸਲਾਮ ਦਾ ਵੀ ਤੜਕਾ ਉਹਨੇ ਵਿੱਚ ਬੜਾ ਲਾਇਆ ਹੈ, ਰਿਆਸਤ ਮਦੀਨਾ ਔਰ ਇਹ ਉਹ।
ਔਰ ਉਹਨੇ ਕਿਹਾ ਜੀ ਕਿ ਅੱਲਾਹ ਤਾਲਾ ਕੋਲ ਤੁਸੀਂ ਕੀ ਮੂੰਹ ਵਿਖਾਓਗੇ ਜਦੋਂ ਤੁਸੀਂ ਇਮਰਾਨ ਖਾਨ ਨੂੰ ਜੇਲ੍ਹ 'ਚ ਰੱਖਿਆ ਹੈ ਔਰ ਹੱਕ ਔਰ ਸੱਚ ਔਰ ਬਾਤਲ ਔਰ ਅਜੀਬ ਕਿਸਮ ਦਾ ਉਹ ਇੱਕ ਥੈਟਰ ਸੀ। ਮੈਨੂੰ ਤਾਂ ਸੱਚੀ ਪੁੱਛੋ ਤੇ ਮੈਨੂੰ ਤਾਂ ਉਹ ਕੋਈ ਤਕਰੀਰ ਸ਼ਕਰੀਰ ਨਹੀਂ ਲੱਗੀ, ਮੈਨੂੰ ਤਾਂ ਇੱਕ ਥੀਏਟਰ ਲੱਗਾ। ਹਕੂਮਤਾਂ ਤੋਂ ਪਹਿਲੀ ਵਾਰੀ ਇਮਰਾਨ ਖਾਨ ਨੂੰ ਨਹੀਂ ਕੱਢਿਆ ਗਿਆ, ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਹਕੂਮਤਾਂ ਨੂੰ ਕੱਢਿਆ ਗਿਆ। ਲੇਕਿਨ ਇਹ ਵੀ ਕਿ ਤੁਸੀਂ ਇਹਨਾਂ ਨਾਲ ਡਾਇਰੈਕਟ ਇਸ ਹੱਦ ਤੱਕ ਮੁਲਕ ਦੀ ਸਾਲਮੀਅਤ ਜਿਹੜੀ ਹੈ ਉਹਦੀ ਉਹ ਜਿਹੜੀ ਉਹਨਾਂ ਦੀ ਰੈੱਡ ਲਾਈਨ ਸੀ, ਉਹ ਉਹਨਾਂ ਨੇ ਕ੍ਰਾਸ ਨਹੀਂ ਕੀਤੀ। ਖਾਨ ਸਾਹਿਬ ਜਿਹੜੇ ਨੇ ਇਹਨਾਂ ਨੇ ਹਰ ਲਾਈਨ ਹੀ ਕ੍ਰਾਸ ਕਰ ਦਿੱਤੀ ਹੈ। ਉਹ ਕਹਿੰਦੇ ਨੇ ਕਿ ਨਾ ਕਿ ਉਹ ਇੱਕ ਮਿਰਾਸੀ ਸੀ ਤੇ ਉਹ ਉਹਨੇ ਆਪਣੀ ਮਾਂ ਨੂੰ ਕਿਹਾ, ਮਾਂ ਮੈਂ ਦੁਆ ਕਰ ਮੈਂ ਥਾਣੇਦਾਰ ਲੱਗ ਜਾਵਾਂ। ਤੇ ਮਾਂ ਕਿਹਾ ਪੁੱਤਰਾ ਮੈਂ ਦੁਆ ਕਰਨੀ ਆ ਪਰ 10 ਥਾਣੇਦਾਰ ਲੱਗ ਕੇ ਕਰੇਗਾ ਕੀ? ਉਸ ਆਖਿਆ ਮਾਂ ਭੈਣਾ ਮੈਂ ਤੈਨੂੰ ਕੁੱਟਾਂਗਾ। ਉਹ ਗੱਲ ਹੈ ਭਾਈ ਖਾਨ ਸਾਹਿਬ ਵਾਲੀ, ਜਿਨ੍ਹਾਂ ਚੂੜੀਆਂ ਨਾਲ ਦੁੱਧ ਪਿਵਾਇਆ ਹੈ ਨਾ ਖਾਨ ਨੂੰ, ਖਾਨ ਨੇ ਉਹਨਾਂ ਨੂੰ ਦੱਸਿਆ। ਔਰ ਸਿਰਫ ਬਾਜਵਾ ਸਾਹਿਬ ਨੂੰ ਨਹੀਂ ਦੱਸਿਆ, ਉਹ ਹਰ ਉਸ ਸ਼ਖਸ ਨੂੰ ਦੱਸਿਆ ਹੈ। ਉਹ ਆਪਣੀ ਪਾਰਟੀ ਦੇ ਵਿੱਚ ਅਲੀਮ ਖਾਨ ਤੋਂ ਲੈ ਕੇ ਤੇ ਤੁਸੀਂ ਵੇਖ ਲਓ ਸ਼ੇਰ ਅਫਜ਼ਲ ਮਰਬਤ ਤੱਕ ਦੇ ਲੋਕਾਂ ਨੂੰ ਉਹਨੇ ਇਸਤੇਮਾਲ ਕਰਕੇ ਸਾਈਡ ਤੇ ਕੀਤਾ ਹੈ। ਹਕੀਕਤ ਇਹ ਹੈ ਕਿ ਖਾਨ ਸਾਹਿਬ ਤੁਹਾਡੇ ਕੋਲ ਸਿਰਫ ਇੱਕੋ ਰਾਹ ਹੈ, ਉਹ ਪਾਰਲੀਮੈਂਟ ਦਾ ਰਾਹ ਹੈ ਔਰ ਪਾਰਲੀਮੈਂਟ ਦੇ ਵਿੱਚੋਂ ਹੀ ਤੁਹਾਨੂੰ ਮਾਫੀ ਕਿਸੇ ਤਰੀਕੇ ਕੋਈ ਲੱਭ ਜਾਏ ਤੇ ਲੱਭ ਜਾਏ, ਨਹੀਂ ਤੇ ਤੁਹਾਡੇ ਤੇ ਫਿਲਹਾਲ ਤਾਂ ਸਿਆਸਤ ਔਰ ਰਿਆਸਤ ਦੋਵਾਂ ਨੇ ਕ੍ਰਾਸ ਲਾ ਦਿੱਤਾ ਹੈ। ਤੇ ਅਡਿਆਲਾ ਬੈਠੇ ਹੋ ਉੱਥੇ ਵੀ ਮਜ਼ੇ 'ਚ ਬੈਠੇ ਹੋ, 7 ਕਮਰਿਆਂ ਦੀ ਜੇਲ੍ਹ ਹੈ ਜਨਾਬ, 7 ਕਮਰਿਆਂ ਦਾ ਇੱਕ ਕਮਰਾ ਹੈ, ਏਸੀ ਲੱਗੇ ਨੇ, ਕੁੱਕੜ ਲੱਭ ਰਹੇ ਨੇ, ਕੋਈ ਮਸਲਾ ਹੀ ਨਹੀਂ ਹੈ ਬਸ। ਤੇ ਆਪ ਜ਼ਰਾ ਆਪਣੇ ਲਫ਼ਜ਼ ਸੋਚੋ ਨਾ ਕਿ ਮੈਂ ਹੁਣੇ ਜਾ ਕੇ ਨਵਾਜ਼ ਸ਼ਰੀਫ ਦਾ ਏਸੀ ਲਵਾਵਾਂਗਾ, ਮੈਂ ਉਹਦੇ ਘਰ ਦਾ ਟੁੱਕਰ ਬੰਦ ਕਰਾਂਗਾ, ਇਹ ਕੌਣ ਗੱਲਾਂ ਕਰਦਾ ਸੀ? ਉਹ ਗੱਲ ਹੀ ਹੈ ਨਾ ਕਿ ਜੋ ਇਹਨਾਂ ਨੇ ਗੱਡਿਆ ਉਹੀ ਇਹ ਵੱਢ ਰਿਹਾ।